ਜਿਸਨੂੰ ਅਸੀਂ ਬ੍ਰਹਮ ਵਿਦਿਆ ਬੋਲਦੇ ਹਾਂ। ਵਿਦਿਆ ਪਾਣੀ ਇਹ ਵੀ ਵਿਦਿਆ ਹੈ, ਪਰ ਇਸ ਵਿਦਿਆ ਦਾ ਪਾਣੀ ਦੇ ਗਲਾਸ ਤਾਈਂ ਹੀ ਤਾਕਤ ਹੈ ਕਿ ਪਾਣੀ ਕਹਿਤਾ ਤਾਂ ਉਹਨੇ ਤੁਹਾਡੇ ਮੂਹਰੇ ਗਲਾਸ ਕਰਤਾ। ਇਹ ਵੀ ਵਿਦਿਆ ਹੈ। ਜੇ ਪਾਣੀ ਨਾ ਕਹਿੰਦੇ ਤਾਂ ਤੁਹਾਨੂੰ ਕੀ ਪਤਾ ਲੱਗਦਾ। ਇਹ ਸਾਰੀਆਂ ਪ੍ਰਛਿੰਨ ਵਿਦਿਆ, ਜਿਸ ਨੂੰ ਬ੍ਰਹਮ ਵਿਦਿਆ ਆਖਿਆ, ਇਹ ਮੈਨਾ ਅਖੰਡ ਵਿਦਿਆ। ਤੇ ਜਿਹੜੇ ਲੋਕ ਆਪਣੇ ਆਪਣੇ ਫਿਰਕੇ ਬਣਾ ਕੇ, ਆਪਣੇ ਆਪਣੇ ਧੜੇ ਬਣਾ ਕੇ ਮਨ ਵਿੱਚੋਂ ਉਹ ਉਹਨਾਂ ਦੀ ਉਸਤਤੀ ਕਰ ਰਹੇ ਆ। ਉਹ ਅਖੰਡ ਵਿਦਿਆ ਨਹੀਂ ਗੀ, ਉਹ ਭੰਡ ਵਿਦਿਆ ਹੈ। ਭੰਡ ਦਾ ਵੀ ਮਾਨਾ ਹੁੰਦਾ ਹੈ ਕਿ ਭਾਵੇਂ ਭੁੱਖਾ ਮਰਦਾ ਹੋਵੇ ਘਰੇ, ਉਹ ਵੀ ਭੰਡ ਕਹੂਗਾ ਜੈ ਹੋਵੇ ਰਾਜੇ ਪ੍ਰਭ ਦੀ, ਉਹਨੂੰ ਰਾਜਾ ਬੋਲਣਾ। ਤਿਣਕੇ ਨੂੰ ਪਰਬਤ ਸਮਾਨ ਸਮਝਾਉਣਾ, ਹੋਣਾ ਤਿਣਕਾ ਤੇ ਇਹ ਤਾਂ ਪਰਬਤ ਹੈ ਕਹਿਣਾ, ਉਹ ਭੰਡ ਹੈ। ਤੇ ਜੈਸਾ ਅਖੰਡ ਔਰ ਸ਼ੋਰ ਤੋਂ ਰਹਿਤ, ਇਹਦਾ ਨਾਮ ਬ੍ਰਹਮ ਵਿਦਿਆ, ਇਹਨੂੰ ਅਖੰਡ ਵਿਦਿਆ ਕਿਹਾ। ਬਾਕੀ ਸਾਰੇ ਜਗਤ ਭੰਡ ਵਿਦਿਆ ਸੁਣਾਉਂਦਾ। ਸਿੱਖ ਪੰਥ ਗੁਰੂਆਂ ਤੋਂ ਗਾਂਹ ਨਹੀਂ ਲੰਘਦਾ ਤੇ ਗੁਰੂਆਂ ਤੋਂ ਪਿਛਾਂਹ ਨਹੀਂ ਜਾਂਦਾ। ਹਿੰਦੂ ਲੋਕ ਦੇਵੀ ਦੇਵਤਿਆਂ ਤੋਂ ਗਾਂਹ ਨਹੀਂ ਲੰਘਦੇ, ਪਿਛਾਂਹ ਨਹੀਂ ਜਾਂਦੇ। ਰਵਿਦਾਸ ਧਰਮ ਦੇ ਲੋਕ ਰਵਿਦਾਸ ਤੋਂ ਗਾਂਹ ਗੱਲ ਨਹੀਂ ਕਰਦੇ, ਰਵਿਦਾਸ ਤੋਂ ਅੱਡ ਨਹੀਂ ਕਰਦੇ। ਇੱਕ ਦੀ ਕਿ ਹਜ਼ਾਰਾਂ ਦੀ ਲੈ ਲਓ। ਇਹ ਜਿਹੜੀ ਪ੍ਰਛਿੰਨ ਵਿਦਿਆ ਦਾ ਨਾਂ ਭੰਡ ਵਿਦਿਆ ਤੇ ਪੂਰਨ ਵਿਦਿਆ ਦਾ ਨਾਂ ਅਖੰਡ ਵਿਦਿਆ। ਤੁਸੀਂ ਨੇਤਾ ਭਰਤੀ ਜਾਂ ਹਫ਼ਤਾਵਾਰ ਇਹ ਅਖੰਡ ਵਿਦਿਆ ਦਾ ਗ੍ਰਹਿਣ ਕਰਨਾ ਉਹਨੇ ਹੈ। ਭੰਡ ਵਿਦਿਆ ਤਾਂ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਪਹਿਲਾਂ ਵੀ ਜਾਣਦੇ। ਤੋ ਭੰਡ ਵਿਦਿਆ ਇਹ ਕੱਲ ਇੱਕ ਮੈਂ ਥਾਂ ਇਹ ਗੱਲ ਵੇਖੀ ਕਿ ਈਸਾਈਆਂ ਦੀ ਬਾਈਬਲ ਤੇ ਮੁਸਲਮਾਨ ਭਾਈਚਾਰੇ ਦਾ ਕੁਰਾਨ, ਅੰਜੀਲ, ਤੰਬੂਰ ਇਤਿਆਦਿਕ 4 ਹੈ ਕਿਤਾਬਾਂ। ਸਿੱਖ ਭਾਈਚਾਰੇ ਦਾ ਗ੍ਰੰਥ ਸਾਹਿਬ, ਇਹਨਾਂ ਨੇ ਤਾਂ ਬਹੁਤ ਵਿਸ਼ੇਸ਼ਣ ਲਾਏ ਹੈ। ਇਹ ਸਾਰੇ ਸਿਧਾਂਤ ਕੋਈ ਨਾ ਕੋਈ ਮਨੁੱਖ ਨੂੰ ਸੇਧ ਬਤਾਉਂਦੇ ਆ। ਸੇਧ ਕਿਉਂ ਬਤਾਉਂਦੇ ਆ? ਸੇਧ ਮੈਨਾ ਸਿੱਧਾ ਕਰ ਬਤਾਉਂਦੇ ਆ ਕਿ ਤੂੰ ਐਸ ਦੇਹ ਤੇ ਹੀ ਖੜੇ ਰਹੇਂਗਾ ਸਾਰੀ ਜ਼ਿੰਦਗੀ, ਅੱਗੇ ਚੱਲ। ਸੇਧ ਆ ਕਿ ਕਿੱਧਰ ਨੂੰ ਜਾਵਾਂ। ਇਹ ਸਾਰੇ ਮਨੁੱਖ ਲਈ ਕੋਈ ਨਾ ਕੋਈ ਸੇਧ ਸਿਧਾਂਤ ਬਤਾਉਂਦੇ ਆ। ਤਾਂ ਇਹ ਬਾਤ ਚੱਲੀ, ਈਸਾਈ ਬੋਲਦੇ ਆ, ਈਸਾਈ ਤੇ ਮੁਸਲਮਾਨ ਤੇ ਸਿੱਖ
ਇਹ ਤਾਂ ਨਾਨਾ ਹੈ। ਪਰ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿੱਚ ਸਿਧਾਂਤਕ ਤੌਰ ਤੇ ਨੇੜਤਾ ਜ਼ਿਆਦੇ ਹੈ, ਕਿਉਂਕਿ ਸਿੱਖ ਵੀ ਬੁੱਤ ਪੂਜਾ ਦੀ ਨਿਸ਼ੇਧ ਕਰਦੇ ਆ ਤੇ ਮੁਸਲਮਾਨ ਵੀ ਬੁੱਤ ਪੂਜਾ ਦੀ ਨਿਸ਼ੇਧ ਕਰਦੇ। ਸਿੱਖ ਨਿਰੰਕਾਰ ਕਹਿੰਦੇ ਆ, ਉਹ ਅਸਮਾਨ ਨਹੀਂ ਕਹਿੰਦੇ, ਅਸਮਾਨੀ ਬਾਣੀ। ਪਰ ਇਹਦੇ ਚ ਅਸੀਂ ਵੇਖਣਾ ਹੈ ਕਿ ਮੁਸਲਮਾਨਾਂ ਦੇ ਜਿਤਨੇ ਵੀ ਗੁਰੂ ਪੀਰ अथवा मूसा पैगंबर हजरत मुहम्मद किसी दी मसीत च किसी दी दीवार ते किसी दा चित्र उंकरिया नहीं मिलूगा, क्योंकि वो कहते जेड़े बुत ते दी शक्ल लाओगे ਅਸੀਂ ਉਹਦੀ ਪੂਜਾ ਪ੍ਰਤਿਸ਼ਠਾ ਕਰਨੀ ਤੇ ਫੇਰ ਤਾਂ ਅਸੀਂ ਬੁੱਤ ਪੂਜ ਹੋ ਗਏ। ਤੇ ਸਿੱਖ ਭਾਈਚਾਰਾ ਵੀ ਬੁੱਤ ਪੂਜ ਨਹੀਂ, ਪਰ ਇਹ ਗੁਰੂਆਂ ਦੇ ਚਿੱਤਰ ਨੂੰ, ਗੁਰੂਆਂ ਦੇ ਮੰਦਰ ਮੁਸਲਮਾਨ ਭਾਈਚਾਰੇ ਦਾ ਇੱਕ ਆਲਾ ਬਣਾਇਆ, ਉਹਨੂੰ ਹੁਜਰਾ ਵੀ ਕਹਿ ਦਿੰਦੇ। ਸਾਰੇ ਮਸੀਤ ਦੇ ਵਿੱਚ ਉਹਨੂੰ ਮੂਹਰੇ ਰੱਖ ਕੇ ਆਪਣੀ ਜੋ ਵੀ ਭਗਤੀ ਉਪਾਸਨਾ ਜੋ ਵੀ ਕਰਦੇ ਆ ਉਹ ਹੁਜਰੇ ਦੇ ਮੂਹਰੇ ਤੇ ਜਾ ਕਰਕੇ ਉਹ ਮਸੀਤ ਨੂੰ, ਮੱਠ ਨੂੰ ਨਮਸਕਾਰ ਨਹੀਂ ਕਰਦੇ। ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਇਹ ਪਹਿਲਾਂ ਗੁਰਦੁਆਰੇ ਦੀ ਹਦੂਦ ਚ ਵੜਦਿਆਂ ਹੀ ਇਹਦੀ ਊਰਜਾ ਰੁਕ ਜਾਂਦੀ ਹੈ। ਫਿਰ ਇਹ ਮੱਠ ਬਣਿਆ ਜਿਹੜਾ ਇੱਟਾਂ ਦਾ ਗੁਰਦੁਆਰਾ, ਇਹ ਪਹਿਲੇ ਨਮਸਕਾਰ ਉਹਨੂੰ ਕਰਦੇ ਤਾਂ ਇਹ ਬੁੱਤ ਤਾਂ ਹੋ ਗਈ। ਬੁੱਤ ਮੈਂ ਨਾ ਕੁਛ ਬੋਲੇ ਨਾ ਕੁਛ ਜਾਣੇ ਨਾ ਕੁਛ ਗਿਆਨ ਨਾ ਕੋਈ ਵਿਗਿਆਨ ਨਾ। ਇਹ ਜਿਹੜਾ ਗੁਰਦੁਆਰਾ ਹੈ ਇਹ ਮੰਨ ਲਿਆ ਹੈ ਕਿ ਗੁਰੂਆਂ ਦਾ ਇਹ ਕੋਈ ਵਿਸ਼ੇਸ਼ ਅਸਥਾਨ ਹੈ। ਇਹ ਗੁਰੂਆਂ ਦਾ ਕੋਈ ਐਸੀ ਮਾਨਤਾ ਕੀਤੀ ਕਿ ਕੋਈ ਵਿਸ਼ੇਸ਼ ਮਾਨਾ ਖਾਸ ਸਥਾਨ ਹੈ, ਠੀਕ ਹੈ, ਪਰ ਗੁਰੂਆਂ ਦਾ ਖਾਸ ਸਥਾਨ ਹੀ ਹੈ, ਗੁਰੂ ਤਾਂ ਨਹੀਂ। ਅੱਗੇ ਜਾ ਕੇ ਲੋਕਾਂ ਨੇ ਚੜਾਵਾ ਚੜਾਇਆ ਕੈਲੰਡਰ, ਕੋਈ ਇਹੋ ਜਿਹੀਆਂ ਫੋਟੋਆਂ ਹੈ, ਉਹਨੂੰ ਨਮਸਕਾਰ ਕਰਦੇ ਆ। ਜਦੋਂ ਨਿਰਾਕਾਰ ਦੇ ਉਪਾਸਕ ਨਿਰਾਕਾਰ ਨੂੰ ਜਾਣਨ ਵਾਲੇ ਆ, ਇਹ ਇੱਟਾਂ ਦਾ ਗੁਰਦੁਆਰਾ, ਮੰਦਿਰ, ਘਰ, ਕੋਈ ਵੀ ਸਥਾਨ ਬਣਿਆ ਹੈ, ਇਹ ਜੜ ਕੇ ਚੇਤਨ ਹੈ। ਨਿਰਾਕਾਰ ਦਾ ਸਰੂਪ ਤਾਂ ਹੈਗਾ ਕਿ ਚੇਤਨ, ਤੇ ਸ਼ਕਲ ਕਿਰਤੀ ਵਾਲੇ ਦਾ ਨਾਂ ਹੈਗਾ ਜੜ। ਜੜ ਦੀ ਪੂਜਾ ਕਰਦੇ ਆ, ਪ੍ਰਤਿਸ਼ਠਾ ਕਰਦੇ ਆ ਕਿ ਚੇਤਨ ਦੀ। ਤਾਂ ਫਿਰ ਇਹ ਨਿਕਲੇਗਾ ਕਿ ਜਿਹੜੇ ਸਿੱਖ ਭਾਈਚਾਰੇ ਦੇ ਸੂਝਵਾਨ ਲੋਕ ਆ ਉਹ ਤਾਂ ਚੇਤਨ ਦੀ ਪਹਿਚਾਣ ਕਰਦੇ ਆ, ਤੇ ਜਿਹੜੇ ਆਵੇਂ ਆ ਉਹ ਤਾਂ ਉਹਨਾਂ ਲਈ ਪੌੜੀ ਵੀ ਮੱਥਾ ਟੇਕਣ ਯੋਗ ਹੈ। ਔਰ ਪੱਥਰ ਚੰਗਾ ਤਾਂ ਹੋਵੇ ਮੱਥਾ ਟੇਕਣੇ ਯੋਗ ਹੈ, ਔਰ ਬੁਰਜਾ ਉਹ ਵੀ ਮੱਥਾ ਟੇਕਣੇ ਯੋਗ ਹੈ, ਕਿ ਉਹ ਨਿਰਾਕਾਰ ਸਰੂਪ ਤੋਂ ਥਿੜਕ ਗਏ। ਜਿਹੜਾ ਬਾਈਬਲ ਹੈ ਇਹ ਬਤਾਉਂਦਾ ਹੈ ਕਿ ਖੁਦਾ ਨੇ ਜਦੋਂ ਸ੍ਰਿਸ਼ਟੀ ਰਚੀ
ਤਾਂ 6 ਦਿਨ 7 ਦਿਨ ਖੁਦਾ ਲਗਾਤਾਰ ਸ੍ਰਿਸ਼ਟੀ ਬਣਾਉਂਦਾ ਰਿਹਾ, ਤੇ 7ਵੇਂ ਦਿਨ ਵਿਸਰਾਮ ਕੀਤਾ ਖੁਦਾ ਨੇ। ਸ੍ਰਿਸ਼ਟੀ ਬਣਾਉਣ ਲੱਗੇ ਨੇ, ਤੇ ਇਸ ਲਈ ਈਸਾਈ ਮਤ ਦੇ ਵਿੱਚ 7ਵਾਂ ਦਿਨ ਮਹਾਨ ਰੱਖਦਾ ਹੈ ਕਿ 7ਵੇਂ ਦਿਨ ਸਾਰੇ ਲੋਕ ਉਹਨਾਂ ਨੂੰ ਛੁੱਟੀ ਕਰਦੇ ਆ, ਕਿਉਂਕਿ ਇਹ ਮਹਾਨ ਦਿਨ ਹੈ। ਇਹ 7ਵੇਂ ਦਿਨ ਖੁਦਾ ਸ੍ਰਿਸ਼ਟੀ ਬਣਾਉਂਦਾ ਇਸ ਵਿਸਰਾਮ ਕੀਤਾ। ਤਾਂ ਇਹ ਹੀ ਹੋਏਗਾ ਬਈ ਉਹਨਾਂ ਨੂੰ ਮੰਨਦੇ ਆ, ਉਹਨਾਂ ਦੀ ਵਿਗਿਆਨ ਜਾਂਚ ਹੈ। ਉਹਨਾਂ ਨੂੰ ਜਚਿਆ, ਜਿਵੇਂ ਕਿਸੇ ਨੇ ਪਾਣੀ ਅੱਜ ਆਖਿਆ ਯਾਰ ਪਾਣੀ ਗਰਮ ਹੋਇਆ ਪਿਆ, ਗਰਮ ਪੀਵਾਂਗੇ ਕਿ ਠੰਡਾ, ਇਹ ਤਾਂ ਇਹਦੀ ਅਨੁਭਵ ਦੀ ਵਿਗਿਆਨ ਜਾਂਚ ਹੈ। ਉਹਨਾਂ ਨੇ ਇਉਂ ਕਿਹਾ, ਮੁਸਲਮਾਨ ਫਿਰਕਾ ਇਹਦੇ ਨਾਲ ਸਹਿਮਤ ਹੈ। ਅੱਗੋਂ ਅਸੀਂ ਲੈਣਾ ਹੈ ਵੀ ਜਿਨ੍ਹਾਂ ਨੇ ਇਹ ਬਾਤ ਕਹੀ ਹੈ, ਸਾਨੂੰ ਉਹਨਾਂ ਦੀਆਂ ਅੱਛੀਆਂ ਬਾਤਾਂ ਜਾਣਨ ਦਾ, ਮੰਨਣ ਦਾ ਅਧਿਕਾਰ ਹੈ, ਤੇ ਇੱਕ ਦੂਜੇ ਦੀ ਖੋਜ ਤੇ ਸਾਨੂੰ ਕਿੰਤੂ ਪ੍ਰੰਤੂ ਕਰਨ ਦਾ ਵੀ ਅਧਿਕਾਰ ਹੈ, ਕਿਉਂਕਿ ਅਸੀਂ ਸਭੀ ਲੋਕ ਕੁਝ ਖੋਜਦੇ ਹਾਂ। ਤਾਂ ਇਹ ਤੁਸੀਂ ਕਹਿ ਸਕਦੇ ਆ ਵੀ ਖੁਦਾ ਕੀ ਕਿਸ ਨੂੰ ਆਣੇ, ਜਿਹਨੇ ਸ੍ਰਿਸ਼ਟੀ ਰਚੀ, ਸ੍ਰਿਸ਼ਟੀ ਕਿਹਨੂੰ ਆਣੇ। ਜਿਵੇਂ ਅਸੀਂ ਕਰਗੇ ਵੀ ਬੜਾ ਸੋਹਣਾ ਤਵੜਾ ਬਣਾਇਆ ਜੀ, ਸਾਡੇ ਉਹ ਮੁੰਡਾ ਨਵਾਂ ਸਿੱਖਿਆ, ਉਹਨੇ ਕਮਾਲ ਦਾ ਇੱਕ ਘੜਾ ਬਣਾਇਆ। ਤਾਂ ਇੱਥੋਂ ਇਹ ਹੋਗਾ ਕਿ ਘੜਾ ਕਾਸ ਤੋਂ ਬਣਾਇਆ, ਤਾਂ ਫਿਰ ਤੁਹਾਨੂੰ ਇਹ ਕਹਿਣਾ ਪਏਗਾ ਕਿ ਹਾਂ ਉਹਨੇ ਮਿੱਟੀ ਤੋਂ ਬਣਾਇਆ। ਮਿੱਟੀ ਕਿਸ ਨੇ ਬਣਾਈ? ਉਹਨੇ ਤਾਂ ਮਿੱਟੀ ਤੋਂ ਘੜਾ ਬਣਾਤਾ। ਮਿੱਟੀ ਕਿਹਨੂੰ ਬਣਾਈ? ਇਹਦਾ ਹੋਏਗਾ ਕਿ ਪੰਚੀਕਰਨ ਜਿਹੜਾ ਹੋਇਆ ਸੀ ਇਹਨਾਂ 5 ਭੂਤਾਂ ਤੋਂ ਬਣੀ। ਤਾਂ ਅਗਰ ਅੱਗੇ ਜਾਏਗਾ ਕਿ 5 ਭੂਤ ਕਿੱਥੋਂ ਹੋਏ, ਕਿ 5 ਭੂਤਾਂ ਤੋਂ ਜਿਹੜੇ ਦਰਖਤ, ਗਾਈਆਂ, ਮੱਝਾਂ, ਊਠ, ਖੋਤੇ, ਚੂਹੇ, ਚਿੜੇ, ਪਸ਼ੂ, ਪੰਛੀ, ਇਹਨੂੰ ਸ੍ਰਿਸ਼ਟੀ ਆਨੇ ਆ। ਮੰਨਣਾ ਪੁਜਾਣਾ ਪਏਗਾ ਵੀ ਸ੍ਰਿਸ਼ਟੀ ਕਹਿੰਨੇ ਕਿਹਨੂੰ ਆ। ਸਾਡੇ ਮੂਹਰੇ ਵੱਡੀਆਂ ਵੱਡੀਆਂ ਇਮਾਰਤਾਂ ਦੀਦੀਆਂ, ਦਰਖਤ ਦੀਦੇ ਆ, ਕੋਈ ਪਾਣੀ ਦੇ ਛੱਪੜ ਦੀਦੇ ਆ, ਨੀਚੇ ਧਰਤੀ ਦੀਦੀ ਹੈ। ਇਹ ਸ੍ਰਿਸ਼ਟੀ ਹੈ। ਤਾਂ ਇੱਥੋਂ ਸਾਨੂੰ ਕਹਿਣਾ ਪਏਗਾ ਕਿ ਆਵਾਜ਼ ਤਾਂ ਦੀਦੀ ਨੇ ਇਹਨਾਂ ਵਾਂਗੂ, ਨਾ ਸਰਦੀ ਗਰਮੀ ਇਹਨਾਂ ਵਾਂਗੂ ਦੀਦੀ ਹੈ, ਨਾ ਭੁੱਖ ਪਿਆਸ ਦੀਦੀ ਹੈ। ਇਹ ਵੀ ਸ੍ਰਿਸ਼ਟੀ ਹੈ ਕਿ ਇਹ ਸ੍ਰਿਸ਼ਟੀ ਤੋਂ ਬਾਹਰ ਹੈ। ਜਿਨ੍ਹਾਂ ਨੇ 7 ਦਿਨ ਸ੍ਰਿਸ਼ਟੀ ਰਚੀ, ਇਹ ਕਿਹਨੇ ਰਚੀ ਹੈ? ਭੁੱਖ ਹੈ, ਪਿਆਸ ਹੈ, ਠੰਡਾ ਹੈ, ਗਰਮ ਹੈ, ਕਰੜਾ ਹੈ, ਪੋਲਾ, ਇਹ ਕਿਹਨੇ ਰਚੇ? ਇਹ ਸ੍ਰਿਸ਼ਟੀ ਚ ਹੈ ਕਿ ਕਿਸੇ ਹੋਰ ਰਚਤਾ ਨੇ ਰਚੇ? ਇਹ ਹੋ ਗਿਆ ਕਿ ਜਿਹੜੇ ਇਹ ਖੋਜ ਕਰ ਰਹੇ ਉਹ ਲੋਕ, ਉਹ ਵੀ ਮਹਾਨ ਹੈ। ਜਿਹੜੇ ਇਹਦੇ ਵਿੱਚੋਂ ਅੱਗੇ ਖੋਜ ਰਹੇ ਉਹ ਵੀ ਮਹਾਨ ਹੈ। ਕਿ ਜਿਹੜੇ ਇਹਨਾਂ ਰਚੀ ਹੋਈ ਸ੍ਰਿਸ਼ਟੀ ਨੂੰ ਭੋਗ ਰਹੇ ਉਹ ਵੀ ਮਹਾਨ ਹੈ। ਉਹ ਵੀ ਆਪਣੇ ਮੂੰਹ ਜਿਵੇਂ ਬੈਠੇ ਖਾ ਪੀ ਕੇ। ਤਾਂ ਅਸੀਂ ਇਹ ਵੇਖਣਾ ਹੈ ਵੀ ਇਹ ਚਤੁਰਭੂਤ ਗਏ ਆ ਜਿਹੜੇ ਇਹਨਾਂ ਨੂੰ 4 ਵਾਕਏ ਕਹਿ ਕੇ ਬੋਲੇ। 4 ਵਾਕਏ ਕਹਿੰਦੇ ਆ ਕਿ ਜਿਹਨੂੰ ਨਿਰਾਕਾਰ ਆਤਮਾ, ਰੱਬ, ਬ੍ਰਹਮ, ਪਰਮਾਤਮਾ ਕਹਿੰਦੇ ਆ, ਉਹ ਕਹਿੰਦੇ ਕੋਈ ਪਰਮਾਤਮਾ ਸ਼ਰਮਾਤਮਾ ਹੈ ਹੀ ਨਹੀਂ।
ਇਹਦੇ ਚ ਕਈ ਪੰਥ ਆ ਜਾਂਦੇ ਆ। ਇਹ ਜੜ ਤੱਤਵਾਦੀ ਹੈ। ਡਾਕਟਰ ਡਾਰਬਨ, ਹੈਂਕਲੇ, ਕਾਮਰੇਡ ਇਤਿਹਾਦਕ ਲੈ ਕੇ ਚਤਰ ਭੂਤ ਗਏ ਜਿਹੜੇ, ਇਹ ਚਾਰਾਂ ਭੂਤਾਂ ਦਾ ਮੇਲ ਹੈ। ਆਕਾਸ਼ ਨੂੰ ਦਰਬ ਨਹੀਂ ਮੰਨਦੇ ਵੀ ਆਕਾਸ਼ ਕੁਛ ਨਹੀਂਗਾ। ਨਾ ਆਕਾਸ਼ ਨੂੰ ਕੋਈ ਦਰਬ ਮੰਨਣੇ ਕਰਕੇ ਆਦੇ ਚਾਰਾਂ ਭੂਤਾਂ ਦੇ ਘਰਸਨ ਸੇ, ਆਪਸ ਵਿੱਚ ਮਿਲਣ ਸੇ। ਇਹਦੇ ਚੋਂ ਇੱਕ ਊਰਜਾ ਉੱਠਦੀ ਹੈ, ਉਹ ਊਰਜਾ ਦਾ ਨਾਂ ਆਤਮਾ ਹੈ। ਇਹ ਨਾ ਪਹਿਲਾਂ ਸੀ ਨਾ ਚਾਰਾਂ ਤੱਤਾਂ ਦੇ ਮੇਲ ਸੇ ਉੱਠਦੀ ਹੈ। ਜਦੋਂ ਚਾਰ ਤੱਤ ਬਿਖਮਤ ਹੋ ਜਾਂਦੇ ਆ ਉਦੋਂ ਇਹ ਲੈ ਹੋ ਜਾਂਦੀ ਹੈ। ਇਹ ਚਤੁਰਭੂਤੀਆਂ ਦਾ ਚਾਰ ਵਾਕਿਆਂ ਦਾ ਸਿਧਾਂਤ ਹੈ। ਜੈਨ ਲੋਕ ਕਹਿੰਦੇ ਆ ਵੀ ਆਤਮਾ ਅਨਾਦਿ ਹੈ, ਪਰ ਹਰੇਕ ਉਪਾਧੀ ਦੇ ਵਿੱਚ ਆਉਂਦੀ ਹੈ ਤੇ ਫਿਰ ਛੱਡ ਕੇ ਚਲੀ ਜਾਂਦੀ ਹੈ। ਜਿਸ ਨੂੰ ਲੋਕ ਬੋਲਦੇ ਹੁਣ ਤਾਂ ਇਹ ਮਰ ਗਿਆ ਹੈ ਆਤਮਾ, ਪਰ ਇਹਦੇ ਵਿੱਚ ਆਉਂਦੀ ਹੈ ਤੇ ਇਸ ਨੂੰ ਛੱਡ ਕੇ ਚਲੀ ਜਾਂਦੀ। ਬੋਧ ਮਤ ਕਹਿੰਦਾ ਕਿ ਆਤਮਾ ਇਹਦੇ ਵਿੱਚ ਹੀ ਰਹਿੰਦੀ ਹੈ, ਪਰ ਮੱਖੀ ਮੱਛਰ ਤੋਂ ਲੈ ਕੇ ਹਰ ਇੱਕ ਦੇ ਵਿੱਚ ਛਿਣਕ ਛਿਣਕ ਨਿਆਰੀ 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 ਹੈ। ਇੱਕ ਸਿਧਾਂਤ ਇਹ ਕਹਿੰਦਾ ਕਿ ਜਿਸ ਨੂੰ ਪ੍ਰਮਾਤਮਾ ਆਤਮਾ ਬੋਲਦੇ ਆ ਉਹ ਖੁਦਰਤ ਕੀ ਨਿਆਈ ਹੈ। ਖਦਿਓਤ ਜਦੋਂ ਉੱਡਦਾ ਟਟਿਆਣਾ, ਜਿਹਨੂੰ ਅਸੀਂ ਪੰਜਾਬੀ ਲੋਕ ਪੇਂਡੂ ਭਾਸ਼ਾ 'ਚ ਬੋਲਦੇ ਆ, ਉਹਦਾ ਇੱਕ ਫਰ ਚਮਕਦਾ ਤੇ ਇੱਕ ਅੰਧਕਾਰ ਹੈ। ਜਦੋਂ ਐਂ ਫਰ ਖੋਲਦਾ ਚਮਕਦਾ ਹੁੰਦਾ ਤਾਂ ਚਾਨਣਾ ਮੁੜ ਕੇ ਬੰਦ ਹੋ ਜਾਂਦਾ। ਇਸ ਨੂੰ ਕਿਹਾ ਹੋਇਆ ਇਹ ਆਤਮਾ ਜਿਹੜੇ ਇਹ ਮੱਧਮ ਪ੍ਰਮਾਣ ਹੈ। ਆਤਮਾ ਅਣੂ ਪ੍ਰਮਾਣ ਹੈ, ਆਤਮਾ ਮੱਧਮ ਪ੍ਰਮਾਣ ਹੈ, ਆਤਮਾ ਵਿਗੋ ਪ੍ਰਮਾਣ ਹੈ। ਇਹ ਸਾਰਿਆਂ ਦਰਸ਼ਨਕਾਰਾਂ ਦੇ ਆਪਣੇ ਆਪਣੇ ਸਿਧਾਂਤ ਹੈ। ਅਸੀਂ ਇਹ ਲੈਣਾ ਹੈ ਵੀ ਇਹਨਾਂ ਸਾਰੇ ਦਾਰਸ਼ਨਿਕ ਲੋਕਾਂ ਤੋਂ ਜੈਨ, ਬੌਧ, ਆਰੀਆ ਸਮਾਜ, ਚਤੁਰਭੁਤੀ ਕਹ ਲੋ, ਹਿੰਦੂ, ਮੁਸਲਮਾਨ, ਈਸਾਈ, ਇਹ ਸਾਰੇ ਆਪਣੇ ਆਪਣੇ ਥਾਂ ਤੇ ਸਹੀ ਹੈ। ਪਰ ਜਿਸ ਨੂੰ ਸਿੱਖ ਪੰਥ ਕਿਹਾ ਇਹ ਸਾਰਿਆਂ ਤੋਂ ਉੱਤੇ ਮੰਨਿਆ ਗਿਆ, ਕਿਉਂਕਿ ਇਹਨਾਂ ਕੋਲੇ ਗੁਰੂ ਗ੍ਰੰਥ ਦਾ ਸਿਧਾਂਤ ਹੈ। ਤਾਂ ਹੁਣ ਇਹ ਲਓ ਵੀ ਜਿਨ੍ਹਾਂ ਕੋਲੇ ਗੁਰੂ ਗ੍ਰੰਥ ਦਾ ਸਿਧਾਂਤ, ਤੁਸੀਂ ਆਤਮਾ ਨੂੰ ਕੀ ਜਾਣਦੇ ਆ? ਬਤਾਓ ਲੋਕਾਂ ਨੂੰ। ਆਤਮਾ ਅਣੂ ਹੈ, ਆਤਮਾ ਮੱਧਮ ਪ੍ਰਮਾਣ ਹੈ, ਆਤਮਾ ਵਿਭੂ ਪ੍ਰਮਾਣ ਹੈ, ਕਿ ਆਤਮਾ ਸਰੀਰ ਦੇ ਵਿੱਚ ਆਉਂਦਾ ਹੈ ਕਿ ਮ੍ਰਿਤੂ ਹੋ ਕੇ ਆਤਮਾ ਇਹਨੂੰ ਛੱਡ ਕੇ ਕਿਤੇ ਚਲਿਆ ਜਾਂਦਾ ਹੈ, ਕਿ ਆਤਮਾ ਇਸ ਸਰੀਰ ਚੋਂ ਨਿਕਲ ਕੇ ਇਹਦੇ ਚ ਪਾਇਆ ਜਾਂਦਾ ਹੈ, ਕਿ ਇਹਦੇ ਚੋਂ ਕੱਢ ਕੇ ਇਹਦੇ ਚ ਪਾਇਆ ਜਾਂਦਾ। ਕਰਮ ਅਨੁਸਾਰ ਸਿੱਖ ਭਾਈ ਕੋਲ ਚਾਰੇ ਕੋਲੇ ਇਹ ਗੁਰੂ ਗ੍ਰੰਥ ਇੱਕ ਮਹਾਨ ਹੈ। ਇਹ ਬਤਾਉਣ ਜਨਤਾ ਨੂੰ ਵੀ ਕੀ ਹੈ, ਕਿਉਂਕਿ ਉਹ ਆਤਮਾ ਨੂੰ ਨਿਰਾਕਾਰ ਬੋਲਦੇ, ਜਿਹਨੂੰ ਨਾਨਕ ਜੀ ਨੇ ਕਿਹਾ ਤੂੰ ਸਦਾ ਸਲਾਮਤ ਨਿਰੰਕਾਰ। ਤੇ ਇਹਨਾਂ ਨੂੰ ਪੁੱਛ ਲਓ, ਇਹ ਗੁਰੂਆਂ ਦੇ ਜੀਵਨ ਤੇ ਗੁਰੂਆਂ ਦੇ ਜੀਵਨ ਦੀ ਸਮਾਪਤੀ ਤੇ
ਤੇ ਮੱਧ ਭਾਵੇਂ ਉਹਨਾਂ ਦੇ ਵਿਚਰਨ ਤੇ ਖੜੇ ਏਦੂ ਗਾਂ ਕੋਈ ਵਿਰਲੇ ਆ ਜਿਹੜੇ ਗਾਂ ਲੰਗੇ ਨੇ, ਐਸੇ ਦਾਇਰੇ 'ਚ ਇਹ ਖੜੇ ਆ। ਰਵਿਦਾਸ ਜੀ ਵਾਲੇ ਰਵਿਦਾਸ ਤੋਂ ਗਾਂ ਨਹੀਂ ਜਾਣਦੇ ਕੁਛ, ਰਵਿਦਾਸ ਤੋਂ ਪਿਛਾਂ ਨਹੀਂ ਜਾਣਦੇ। ਜਿੰਨਾ ਚਿਰ ਰਵਿਦਾਸ ਜੀ ਦਾ ਜੀ ਐਂ ਕੀਤਾ, ਵੈਂ ਕੀਤਾ, ਐਂ ਕੀਤਾ, ਇਹ ਤਾਂ ਦੱਸੀ ਜਾਣਗੇ, ਇਹ ਨਹੀਂ ਦੱਸਦੇ ਵੀ ਰਵਿਦਾਸ ਕਿੰਨੇ ਕਾਸ ਨੂੰ ਹੈ। ਉਹਨਾਂ ਨੂੰ ਬਤਾਉਣਾ ਚਾਹੀਦਾ ਆਪਣੇ ਜਨਤਾ ਨੂੰ ਵੀ ਰਵਿਦਾਸ ਕਿਹਨੂੰ ਕਹਿੰਦੇ। ਤਾਂ ਇੱਥੋਂ ਹੀ ਆਉਂਦਾ ਮੂਸਾ ਪਕੰਬਰ ਜਿਹੜਾ, ਉਹਨੂੰ ਕਿਹਨੂੰ ਆਨੇ ਆ। ਹਜ਼ਰਤ ਮੁਹੰਮਦ ਦਾ ਕੀ ਸਰੂਪ, ਸਰੂਪ ਵੀ ਦੱਸੋ ਲੋਕਾਂ ਨੂੰ, ਨਾ ਹੀ ਬਤਾਈ ਜਾਂਦੇ। ਹਜ਼ਰਤ ਮੁਹੰਮਦ ਦੀ ਕਿਰਪਾ, ਮਹਾਨ ਪੁਰਸ਼ਾਂ ਦੀ ਕਿਰਪਾ ਤਾਂ ਹੁੰਦੀ ਹੈ, ਪਰ ਇਹ ਤਾਂ ਬਤਾਓ ਮਹਾਨ ਪੁਰਸ਼ ਜਿਹੜੇ ਉਹ ਹੈ ਕੀ। ਇੱਥੇ ਸਾਰੇ ਚੁੱਪ ਹੈ। ਤੇ ਜਿਹੜਾ ਬੋਲੂਗਾ ਉਹਨੂੰ ਬੋਲਣ ਨਹੀਂ ਦੇਣਗੇ ਵੀ ਸਾਨੂੰ ਨਹੀਂ ਪਤਾ ਤਾਂ ਕੋਈ ਬਤਾਵੋ। ਤਾਂ ਗੁਰੂਆਂ ਨੇ ਇਹ ਗੱਲ ਨਾਲ ਇਹਨੂੰ ਕਹੀ, ਕੋਈ ਐਸਾ ਬਤਾਉਣੇ ਵਾਲਾ ਹੋ ਜੇ ਕਿ ਆਪਣੇ ਸਰੂਪ ਮੈਂ ਇਹਦੀ ਅਭੇਦਤਾ ਜਣਾ ਦੇ। ਤਾਂ ਗੁਰੂਆਂ ਨੇ ਕਿਹਾ, ਕੋਈ ਜਨ ਹਰ ਸਿਉ ਦੇਵੇ ਜੋੜ, ਚਰਨ ਗਾਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਇਹ ਬਤਾਉਣੇ ਵਾਲਾ, ਮੇਰੇ ਸਰੂਪ ਦੇ ਅਭੇਦ ਬਤਾਉਣ ਵਾਲਾ ਮਿਲ ਜੇ ਤਾਂ ਮੈਂ ਚਰਨ ਪਕੜ ਲਾਂ ਉਹਨਾਂ ਦੇ। ਤਾਂ ਗੁਰੂ ਬੋਲਦੇ ਤੇ ਸਿੱਖਾਂ ਦੇ ਕਿਸੇ ਦੇ ਚਰਨੀ ਨਹੀਂ ਪੈਣਾ। ਗੁਰੂ ਠੀਕ ਹੈ ਕਿ ਸਿੱਖ ਠੀਕ ਹੈ? ਗੁਰੂ ਕਹਿੰਦੇ ਚਰਨ ਗਾਹੋਂ, ਇਹ ਬਤਾਉਣ ਵਾਲੇ ਦੇ ਚਰਨ ਪੈ ਜਾਂ ਚਰਨੇ। ਤੇ ਮਿੱਠੇ ਮਿੱਠੇ ਬਚਨ ਬੋਲਾਂ, ਬਕੋਂ ਸੁਭ ਰਸਨਾ। ਤੇ 10 ਰੁਪਏ ਕੱਢ ਕੇ ਉਹਦੇ ਨਮਸਕਾਰ ਰੱਖਾਂ, 5 ਰੁਪਏ ਰੱਖਾਂ। ਉਹ ਕਹਿੰਦਾ ਜਿਹੜਾ ਪ੍ਰਾਣ ਚੱਲ ਰਿਹਾ ਸਭ ਤੋਂ ਉੱਤਮ, ਜਿਹੜੇ ਪ੍ਰਾਣ ਲਈ ਫਿਰਦੇ, ਦੀਜੈ ਪ੍ਰਾਣ ਅਕੋਰ, ਇਹ ਵੀ ਚੜਾ ਦਿਆਂ। ਮਤਲਬ ਹੈ ਗੁਰੂ ਲੋਕ ਇਹਦੀ ਮਹਿਮਾ ਕਰਦੇ। ਜਿਹੜਾ ਕੋਈ ਇਹ ਬਾਤ ਬਤਾਉਂਦਾ ਤਾਂ ਤੁਸੀਂ ਕਹੋਗੇ ਕੀ ਵੀ ਇਹ ਮੁੰਡੇ ਕੈਸਟਾਂ ਪਾਉਂਦੇ ਆ ਆਪਣੀਆਂ ਕਥਾ, ਸਾਨੂੰ ਦਾ ਨਾਮ ਪਤਾ ਹੈ। ਤਾਂ ਇਹ 50-60 ਕਥਾ ਪਾ ਚੁੱਕੇ ਆ ਵਿਦਾਂਤ ਦੀਆਂ, ਯਥਾਰਥ ਦੀਆਂ। ਕਿਸੇ ਨੇ ਨਹੀਂ ਅੱਜ ਤੀਕ ਆਖਿਆ ਜੀ ਵੀ ਇਹ ਗਲਤ ਹੈ। ਗਲਤ ਆਖਿਆ ਵਾਲੇ ਦੇ ਤਾਂ ਅਸੀਂ ਕੋਟ ਪ੍ਰਣਾਮ ਕਰਾਂਗੇ ਵੀ ਜਿਹਨੇ ਇਹ ਗੱਲ ਦੱਸੀ ਵੀ ਇਹ ਗਲਤ ਹੈ, ਤੇ ਜਿਹਨੇ ਸਹੀ ਦੱਸਿਆ ਉਹਦੇ ਵੀ ਇੱਥੋਂ ਹੀ ਪਤਾ ਲੱਗਦਾ ਹੈ। ਬਸ ਉੱਥੇ ਗੁਰੂ ਜੀ ਇੱਥੇ ਜਨਮੇ ਤੇ ਇੱਥੇ ਸਮਾਪਤ ਹੋ ਗਏ, ਤੇ ਵਿਚਲਾ ਜੰਗ ਔਰ ਯੁੱਧ ਦੀਆਂ ਗੱਲਾਂ ਸੁਣ ਕੇ ਸਾਰੇ ਖੁਸ਼ ਹੈ। ਆਪਣੀ ਵੇਸ 80% ਯੁੱਧ ਦੀ ਹੈ ਤੇ 20% ਭਜਨ ਬੰਦਗੀ ਦੀ। ਜਿਹੜਾ ਵੀ ਕੋਈ ਗਾਤਰਾ ਪਾਉਂਦਾ ਉਹਦੀ 80% ਪਗੜੀ ਬੰਨ ਕੇ ਇੱਥੇ ਰੱਖ ਕੇ ਕੀ ਕਿ ਯੁੱਧ ਕਰਨਾ, ਜਿਵੇਂ ਕੋਈ ਚੋਟ ਨਾ ਵੱਜ ਜੇ। ਕੜਾ ਜਿਹੜਾ ਕਿਰਪਾਨ ਮਾਰਨੀ ਹੈ, ਬਾਂਹ ਤੀਕ ਪਾ ਲੋ ਕਿ ਅਗਲੇ ਦੀ ਤਲਵਾਰ ਇੱਥੇ ਬਾਂਹ ਨਾ ਵੱਢ ਦੇ, ਕੜੇ ਤੇ ਵੱਜੋ ਤਲਵਾਰ। ਤੇ ਮੁੱਖ ਪ੍ਰਯੋਜਨ ਯੁੱਧ ਦਾ ਹੈ, ਗਿਆਨ ਦਾ ਨਹੀਂ ਗਾ। ਗੁਰੂਆਂ ਦਾ ਮੁੱਖ ਪ੍ਰਯੋਜਨ ਗਿਆਨ ਦਾ ਸੀ, ਯੁੱਧ ਦਾ ਨਹੀਂ ਸੀ। ਨਾਨਕ ਨੇ ਕੋਈ ਯੁੱਧ ਕੀਤਾ, ਅੰਗਦ ਦੇਵ ਨੇ, ਅਮਰਦਾਸ ਨੇ, ਰਾਮਦਾਸ ਨੇ ਕੋਈ ਯੁੱਧ ਕੀਤਾ, ਕਬੀਰ, ਰਵਿਦਾਸ, ਫਰੀਦ, ਨਾਨਕ ਜੀ ਨੇ ਆਦਿ ਨੇ ਯੁੱਧ ਕੀਤਾ। ਤੇ ਤੁਹਾਡੇ ਸਿਰ ਤੇ ਯੁੱਧ ਕਿਉਂ ਚੜਿਆ? ਗਿਆਨ ਨਹੀਂ ਚੜਦਾ। ਇਹ ਹੈਗਾ ਕਿਤੇ ਵਿਚਾਰ ਨਹੀਂ ਕੀਤੀ, ਕਿਸੇ ਨਾਲ ਮੇਲ ਨਹੀਂ ਕੀਤਾ। 60 ਸਾਲ ਹੋ ਗਏ ਆ, ਗਾਤਰਾ ਹੀ ਵੇਖ ਕੇ ਖੁਸ਼ ਹੋਈ ਜਾਂਦੇ, ਗਾਂ ਕਦਮ ਨਹੀਂ ਚੱਕਿਆ ਕਿਸੇ ਨੇ। ਜਿਹੜੇ ਸਾਡੇ ਨਾਲ ਰਹੇ ਆ ਵੀ ਹੁਣ ਕੀ ਕਰਦਾ ਮੈਂ, ਇਹ ਮੈਂ ਕੀਰਤਨ ਕਰਦਾ, ਸ਼ਬਦ ਤੁਹਾਨੂੰ ਹਟਾਤਾ। ਕੀਰਤਨ ਕਰਨੋਂ
ਤਾਂ ਤੁਹਾਨੂੰ 15 ਸਾਲ ਹੋ ਗਏ ਹਟਾਤਾ। ਹੁਣ ਕੀ ਕਰਦੇ ਆ? ਹੁਣ ਝਾਕ 'ਚ ਬੈਠੇ ਆ ਵੀ ਕੋਈ ਕੀਰਤਨ ਤੇ ਸੱਦੂ। ਓਏ ਆਪਣਾ ਅੱਗੇ ਉਹ ਤਾਂ ਕਰ ਲਿਆ, ਗਾਂ ਹੁਣ ਆਪਣੇ ਲਈ ਕੀ ਕਰਦੇ? ਕੀਰਤਨ ਕੀਤਾ, ਜਵਾਕਾਂ ਨੂੰ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਐਸ਼ ਕਰਾਤੀ। ਤੇ ਹੁਣ ਕੀ ਕਰਦੇ ਨੇ? ਖਾਲੀ ਟਾਈਮ ਹੈ ਤੁਹਾਡੇ ਕੋਲੇ, ਕੋਈ ਵਿਚਾਰ ਨਹੀਂ, ਵੀ ਵਿਹਲਾ ਬੈਠੇ ਮੰਜੇ ਤੋੜਦੇ, ਕੁਰਸੀਆਂ ਤੋੜਦੇ, ਕੀ ਕਰਦੇ ਆ? ਵੇਲ ਆ ਤੁਹਾਡੇ ਕੋਲੇ। ਤੇ ਇਹੋ ਹੀ ਹੈ ਵੀ ਪਗੜੀ ਬੰਨ ਲਈ ਨੋਕ ਵਾਲੀ ਤੇ ਜਗਾਤਰਾ ਵਿਖਾ ਲਿਆ ਤੇ ਸ਼ਹਿਰ ਚ ਗੇੜਾ ਕੱਢ ਲਿਆ। ਇਹ ਗੁਰੂਆਂ ਨੇ ਹਾਲ ਲੱਛਣ ਦੱਸੇ, ਕਿਤੇ ਪੁੱਛ ਕੇ ਇਹ ਹੈ। ਉਹ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ ਜੋੜ। ਤੁਹਾਨੂੰ ਇਹ ਨਹੀਂ ਪਤਾ ਵੀ ਮੈਂ ਹਰੀ ਤੋਂ ਟੁੱਟਿਆਂ ਕੇ ਜੁੜਿਆ। ਤੇ ਇਹ ਹੋਏਗਾ ਇਹ ਯਾਰ ਪਤਾ ਕਾਸੇ ਦਾ ਨਹੀਂ, ਤਾਂ ਫਿਰ ਤੁਰੀਆਂ ਫਿਰਦੀਆਂ ਕਿਤਨੀਆਂ ਗਾਈਆਂ ਮੱਝਾਂ, ਉਹਨਾਂ ਨੂੰ ਨਹੀਂ ਪਤਾ। ਕਿਉਂ? ਚਿੜੀਆਂ, ਕਾਂ, ਕਬੂਤਰ, ਮੋਰ, ਕੁੱਤੇ, ਬਿੱਲੇ, ਮੱਝਾਂ, ਗਾਈਆਂ, ਇਹ ਆਪਣੇ ਸਰੀਰ ਨੂੰ ਸੰਭਾਲ ਕੇ ਤੁਰੇ ਫਿਰਦੇ ਐ। ਇਹਨਾਂ ਚੋਂ ਕੋਈ ਸਤਸੰਗ ਕਰਦਾ? ਗਾਈਆਂ ਮੱਝਾਂ ਸਤਸੰਗ ਕਰਦੀਆਂ, ਪੰਛੀ ਸਤਸੰਗ ਕਰਦੇ, ਤਾਂ ਅੰਤ ਨੂੰ ਇਹ ਨਿਕਲੇਗਾ ਵੀ ਤੁਸੀਂ ਵੀ ਨਹੀਂ ਸਤਸੰਗ ਕਰਦੇ। ਜਿਹਨੂੰ ਇਹਦਾ ਅਧਿਕਾਰ ਮਿਲਿਆ ਤਾਂ ਫਿਰ ਕਾਹਦੇ ਤੁੱਲ ਹੈ? ਇਹ ਕਹਿਣਾ ਪਏਗਾ ਵੀ ਅਸੀਂ ਸਤਸੰਗ ਨਹੀਂ ਕਰਦੇ। ਇਹ ਸੰਤਾਂ ਦੀ ਬਾਣੀ ਆਉਂਦੀ, ਆਖੇ ਸ਼ੇਸ਼ ਵਿਚਾਰ ਕੀਓ ਮਨ ਨੇ। ਸ਼ੇਸ਼ ਨਾਗ ਨੇ ਇਹ ਮਨ ਦੇ ਵਿੱਚ ਵਿਚਾਰ ਕਰਕੇ ਸਰਗੁਣ ਸਰੂਪ ਪ੍ਰਭੂ ਦੇ ਮੂਹਰੇ ਫਰਿਆਦ ਬੇਨਤੀ ਕਰਨ ਲੱਗਾ, ਆਪਣਾ ਵਿਗਿਆਨ ਪ੍ਰਗਟ ਕਰਦਾ। ਅਖੇ ਸ਼ੇਸ਼ ਵਿਚਾਰ ਕੀਓ ਮਨ में प्रभु भूमि को भार नहीं कुछ पारी। ਕਿਹੜੀ ਪ੍ਰithvi ਅਗੇ ਕੀਨੇ ਚੱਕੀ? ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕੋਈ ਐਸੇ ਵੀ ਮੰਨੇ ਪਰ ਮੰਨੇ ਹੈ। ਅਖੇ ਧੌਲਾ ਭਰਤ ਖੜਾ ਹੈ, ਜਦੋਂ ਉਹਦੇ ਸਿੰਘ ਤੇ ਹੀ ਚੱਕੀ ਆ ਧਰਤੀ, ਤਾਂ ਉਹ ਜਦੋਂ ਦੂਜੇ ਐ ਸਿੰਘ ਤੇ ਕਰਦਾ, ਹਿੱਲਦੀ ਮਾੜੀ ਜੀ ਤੇ ਭੁਚਾਲ ਆ ਜਾਂਦਾ। ਆ ਕੁਝ शेष विचार कियो मन में प्रभु भूमि को पार नहीं कुछ पारी। 18 पार बनासपति अर 7 समुंदर लियो सिर धारी। कलास समेर भय सब हौले और की बात तो कौन विचारे। बिन सत संगत ते हरि नाम बिना नर सो प्रभु मोह तो न जान सहारी। मैथों ये नहीं सारे जाते, एडा एडा भार चक्या, मैनू कोई भार नहीं। इन्हां नूं सियाणे लोग कहंदे वे धरती ते तुसीं भार है, तुहानूं तां शेख नाग भी भंडदा तुहाडे पखंड नूं। क्यों? बिन सतसंगत ते हरे नाम बिना। इथों सुन के उत्साह करो, परस पर एक दूजे नूं मिलाओ। जेड़े अगे पिछे आपां कह चुके हैं, आत्मा अनु है कि विभु है, कि खद्योत की न्यायी है, कि पूर्ण प्रकाश है, कि जगत दे विच है, कि जगत तो बाहर है। आत्मा किनू कहने हैं, परमात्मा किनू कहने। गुरुआं ने एक एक बात बाणी च बताई है। कुछ लग्या पता गुरुआं दी दसी हुई बाणी दा, तां फिर
ਕਿਸੇ ਆਪ ਵੀ ਨਹੀਂ ਇਹਦੇ ਚੋਂ ਕੁਝ ਖੋਜਦੇ ਤੇ ਕਿਸੇ ਹੋਰ ਨੂੰ ਵੀ ਨਹੀਂ ਖੋਜਣ ਦਿੰਦੇ। ਕਿਉਂ? ਇਹਦੇ ਤੇ ਕਬਜ਼ਾ ਕੀਤਾ ਹੋਇਆ। ਜਿਸ ਬਾਣੀ ਬੋਲਦੀ ਜਿਹਦੇ ਚ, ਜਿਸ ਦੇ ਕਬਜ਼ੇ 'ਚ ਚਾਰ ਖਾਣੀ ਦਾ ਜਗਤ ਹੈ, ਉਹਦੇ 'ਚ ਇੱਕ ਫਿਰਕੇ ਨੇ ਕਬਜ਼ਾ ਕੀਤਾ ਹੋਇਆ। ਆਚਰਜ ਹੈ ਕਿ ਜਿਹਦੇ ਕਬਜ਼ੇ ਦੇ ਵਿੱਚ ਚਾਰ ਖਾਣੀ ਦਾ ਜਗਤ ਹੈ, ਉਹਦੇ ਤੇ ਇਹਨਾਂ ਲੋਕਾਂ ਦਾ ਕਬਜ਼ਾ ਕਿਉਂ ਕੀਤਾ? ਇਹਨਾਂ ਦੇ ਵੱਸ ਦੀ ਗੱਲ ਨਹੀਂ, ਇਹ ਪਤਾ ਨਹੀਂ ਕਰ ਸਕਦਾ ਵੀ ਗੌਰ ਮਹੀਨਾ ਕਵਰ ਮਹੀਨਾ, ਜਿੱਥੇ ਕੋਈ ਬੰਦਾ ਮਾਰਿਆ, ਸੰਸਕਾਰਿਆ, ਦੱਬਿਆ, ਉਹਨੂੰ ਕਵਰ ਬੋਲਦੇ ਕਿ ਨਹੀਂ? ਕੋਈ ਅਮਕਾ ਬੰਦਾ ਨੇ ਵੇਖਿਆ, ਉਹ ਯਾਰ ਪਤਾ ਨਹੀਂ ਉਹ ਕਵਰਾਂ ਜੀਆਂ ਚ ਫਿਰਦਾ ਤਾਂ ਸੀ, ਯਾਰ ਉਧਰ ਕੀ ਲੈਣ ਗਿਆ? ਮਾਨਾ ਕਵਰ ਮਹੀਨਾ ਜਿਹਦੇ ਚ ਕੋਈ ਇਹ ਲਾਸ਼ ਦਬਾਈ ਜਾਵੇ, ਅਥਵਾ ਇਹ ਲਾਸ਼ ਦਾ ਜਿਸ ਤੇ ਥਾਂ ਤੇ ਦਾਹ ਕਰ ਦਿੱਤਾ ਜਾਵੇ, ਉਹਨੂੰ ਕਵਰ ਕਹਿ ਕੇ ਬੋਲਿਆ। ਤਾਂ ਅਸੀਂ ਇਸ ਦੇਖ ਨੂੰ ਦੇਖਣਾ ਹੈ ਵੀ ਇੱਕ ਤਾਂ ਉਹ ਕਵਰ ਹੈ ਕਿ ਜਿਹਦੇ ਵਿੱਚ ਇਹ ਸਰੀਰ ਸਾੜੇ ਤੇ ਦੱਬੇ ਜਾਂਦੇ ਆ, ਇੱਕ ਇਹ ਕਵਰ ਹੈ ਜਿਹੜਾ ਆਪਣੇ ਵਿਆਪਕ ਸਤਾ ਨੂੰ ਇਹਦੇ ਵਿੱਚ ਦੱਬੀ ਬੈਠਾ। ਕੱਢ ਆਪਣੇ ਆਪ ਨੂੰ ਕਵਰ ਤੋਂ ਬਾਹਰ, ਕੱਢ ਆਪਣੇ ਆਪ ਨੂੰ ਫਿਰਕੇ ਦੀ ਕਵਰ ਤੋਂ ਬਾਹਰ। ਇਹ ਯਾਰ ਆਚਰਜ ਹੈ ਕਿ ਅਸੀਮ ਬ੍ਰਹਮ, ਅਸੀਮ ਪਰਮਾਤਮਾ ਜਿਹਦੀ ਕੋਈ ਆਦੰਤ ਸੀਮਾ ਨਹੀਂ, ਤੇ ਉਹਨੂੰ ਲక్ష్మణ ਰੇਖਾ ਦੇ ਦਾਇਰੇ 'ਚ ਬਹਿ ਕੇ ਉਹਨੂੰ ਜਾਣਨਾ ਚਾਹੁੰਦੇ ਆ। ਵੇਖ ਲਓ, ਸਿੱਖ ਆਪਣੇ ਦਾਇਰੇ 'ਚ ਬੈਠਾ, ਹਿੰਦੂ ਆਪਣੇ ਦਾਇਰੇ 'ਚ ਬੈਠਾ, ਮੁਸਲਮਾਨ ਭਾਈਚਾਰਾ ਆਪਣੇ ਦਾਇਰੇ ਕੁੰਡਲ 'ਚ ਬੈਠਾ, ਤੇ ਸਾਰੇ ਲక్ష్మణ ਰੇਖਾ ਦੇ ਅੰਦਰ ਬਹਿ ਕੇ ਬਾਹਰ ਕਦਮ ਨਹੀਂ ਪੱਟਦੇ। ਤੇ ਜਿਹਦੇ ਅੰਦਰ ਸਾਰੀਆਂ ਅਧਿਆਸਤਾ, ਜਿਹਦੇ ਅੰਦਰ ਚਾਰ ਖਾਣੀ ਦਾ ਜਗਤ, ਕੋਟ ਕੋਟ ਪਿੰਡ, ਕੋਟ ਕੋਟ ਬ੍ਰਹਿਮੰਡ, ਤੇ ਕੋਟ ਕੋਟ ਬਰਮੇ ਵਿਸ਼ਨੂੰ ਮਹੇਸ਼ ਐ ਉੱਡ ਰਹੇ ਆ ਜਿਵੇਂ ਆਕਾਸ਼ ਮੰਡਲ ਦੇ ਵਿੱਚ ਇਹ ਕਣ ਉੱਡ ਰਹੇ ਆ। ਤੇ ਇਸ ਨੂੰ ਇਹ ਇੱਕ ਦਾਇਰੇ ਦੇ ਵਿੱਚ ਬਹਿ ਕੇ ਯਾਰ, ਉਹ ਕਹਿੰਦਾ ਤੋੜ ਦਿਓ ਦਾਇਰੇ। ਇਹ ਫਿਰਕੇ ਦੇ ਵਿੱਚ ਬਹਿ ਕੇ ਕਿਸੇ ਪਾਸ ਗਿਆਨ ਨਹੀਂ ਹੋਇਆ, ਨਾ ਹੋਏਗਾ। ਔਰ ਕੋਈ ਚਾਹੁੰਦਾ ਗਿਆਨ ਤਾਂ ਇੱਥੋਂ ਨੰਬਰ ਲਵੇ, ਕਰੇ ਚਰਚਾ। ਗਿਆਨ ਕਾਸ ਨੂੰ ਆਨੇ ਓਏ ਅਖੰਡ ਗਿਆਨ ਦਾਇਰੇ 'ਚ ਬੈਠਿਆ ਕਿਵੇਂ ਹੋ ਜਾਊਗਾ? ਤੁਸੀਂ ਦਾਇਰੇ 'ਚ ਬੈਠੇ ਆ ਕਿ ਨਹੀਂ? ਪੰਜਾਬ ਭਾਰਤ ਦੇ 'ਚ, ਤੇ ਤੁਸੀਂ ਚੀਨ ਦੀ ਸਰਹੱਦ ਟੱਪ ਕੇ ਵਿਖਾਓ, ਪਾਕਿਸਤਾਨ ਦੀ ਸਰਹੱਦ ਲੰਘ ਕੇ ਵਿਖਾਓ, ਕਿਉਂਕਿ ਤੁਸੀਂ ਸੀਮਾ ਦੇ ਅੰਦਰ ਬੈਠੇ ਆ। ਤੇ ਸਮਸ਼ਟੀ ਦੁਨੀਆ ਦਾ ਤੁਸੀਂ ਚੱਕਰ ਨਹੀਂ ਲਾ ਸਕਦੇ। ਕਿਉਂ ਨਹੀਂ ਲਾ ਸਕਦੇ? ਕੋ ਤੁਹਾਨੂੰ ਸੀਮਾ ਪਾਰ ਕਰਨ ਦੀ ਤਾਕਤ ਨਹੀਂ। ਇਹ ਜਿਹੜੇ ਸੀਮਾ ਦੇ ਵਿੱਚ ਫਿਰਕਿਆਂ 'ਚ ਬੈਠੇ, ਇਹ ਸਮਸ਼ਟੀ ਬ੍ਰਹਮ ਨੂੰ ਜਾਣ ਲੈਣਗੇ, ਜਿਹੜਾ ਅਸੀਮ ਸਤਾ ਸੀਮਾ 'ਚ ਬਹਿ ਕੇ। ਪਾਕਿਸਤਾਨ ਇੱਧਰ ਨਹੀਂ ਆ ਸਕਦਾ, ਭਾਰਤ ਪਾਰ ਨਹੀਂ ਜਾ ਸਕਦਾ ਬਿਨਾਂ ਆਗਿਆ ਤੋਂ। ਤੇ ਇਹਨਾਂ ਨੂੰ ਜੁਗਤੀ ਗੁਰਬਾਣੀ ਦੱਸਦੀ ਹੈ, ਜੁਗਤੀ ਉਪਨਿਸ਼ਦ ਦੱਸਦੇ ਹੈ, ਜੁਗਤੀ ਵੇਦਾਂਤ ਦੱਸਦਾ ਹੈ ਵੀ ਆਓ ਤੁਹਾਨੂੰ ਉਹ ਜੁਗਤੀ ਦੱਸੀਏ। ਤਾਂ ਇੱਕ ਸਵਾਮੀ ਜੀ ਦਾ ਵਚਨ ਹੈ। ਸਵਾਮੀ ਜੀ ਨੇ ਇਹ ਕਿਹਾ ਕਿ ਹਨੂਮਾਨ ਪ੍ਰਸਾਦ, ਤੇ ਮੈਂ, ਸਵਾਮੀ ਜੀ ਉਦੋਂ ਪੰਡਤ ਸੀ, ਕੇਵਲ ਵਿਚਾਰ ਕਰਦੇ ਸੀ, ਤੇ ਸੰਨਿਆਸੀ ਨਹੀਂ ਸੀ, ਤਤਵਗੇ ਨਹੀਂ ਸੀ। ਉਹਦੇ ਪੰਡਤ ਜੋਤਰਮਇਆ ਆਨੰਦ ਕੋਲੇ ਅਸੀਂ ਗਿਆ। ਜੋਤਰਮਇਆ ਆਨੰਦ ਜੀ ਬੜੇ ਮਹਾਨ ਮਸ਼ਹੂਰ ਸੀ ਵੀ ਚੱਲ ਦੋਨੋਂ ਉਹਨਾਂ ਖਿਆਲ ਕੀਤਾ
ਵੀ ਜੋਤਰਮय ਆਨੰਦ ਕੋਲੇ ਚੱਲਦੇ ਆ, ਵੀ ਸਾਨੂੰ ਕੋਈ ਮੁਕਤੀ ਦਾ ਰਸਤਾ ਬਤਾ। ਜਦੋਂ ਉਹਨਾਂ ਨੇ ਬੇਨਤੀ ਕੀਤੀ, ਉਹ ਕਹਿੰਦੇ ਕੈਸੇ ਆਏ ਆ ਪੰਡਤ ਜੀ? ਉਹ ਕਹਿੰਦੇ ਜੀ ਅਸੀਂ ਮੁਕਤੀ ਦਾ ਕੋਈ ਮਾਰਗ ਚਾਹੁੰਦੇ ਆ, ਵੀ ਕਿਹੜਾ ਰਾਹ ਹੈ? ਤਾਂ ਉਹਨਾਂ ਨੇ ਪੰਡਤ ਜੋਤਰਮय ਆਨੰਦ ਨੇ ਕਿਹਾ, ਸੰਤ ਜੀ, ਉਹ ਤਾਂ ਪੰਡਤ ਸੀਗੇ ਪਰ ਅੱਜ ਤਾਂ ਉਹ ਮਹਾਨ ਸੰਤ ਹੋ ਗਏ, ਹੋ ਵੀ ਹਟੇ। ਤਾਂ ਕਹਿੰਦੇ ਜੋ ਕੁਛ ਖਾਣ ਨੂੰ ਜੀ ਕਰਦਾ ਖਾ ਆਓ, ਜੋ ਕੁਛ ਪਹਿਨਣ ਨੂੰ ਜੀ ਕਰਦਾ ਪਹਿਨ ਆਓ, ਕੋਈ ਖਾਣ ਪੋਕਣ ਨੂੰ ਜੀ ਕਰਦਾ ਖਾ ਪੋ ਗਿਆ ਹੋ। ਓਏ ਹਮ ਚੁਟਕੀ ਵਜਾਏਂਗੇ, ਚੁਟਕੀ ਵਜਾਉਣ ਤੇ ਦੇਰ ਲੱਗਦੀ ਹੈ, ਐਦੋਂ ਪਹਿਲਾਂ ਮੁਕਤ ਹੋ ਜਾਓਗੇ, ਤੁਹਾਨੂੰ ਕਰ ਦਿਆਂਗੇ। ਤੇ ਤੁਹਾਡੇ ਪਾਸ ਕੋਈ ਇਹੋ ਜਿਹਾ ਸਿਧਾਂਤ ਆਇਆ ਕਿ ਜਿਹੜਾ ਕਹਿੰਦਾ ਕੋਈ ਚੁਟਕੀ ਵਜਾਉਣ में ਤਾਂ ਅਜੇ ਥੋੜੀ ਜੀ ਦੇਰੀ ਹੈ, ਤੇ ਮੁਕਤ ਹੋਣ में ਕੋਈ ਦੇਰੀ ਨਹੀਂ, ਕੋਈ ਤਕਲੀਫ ਨਹੀਂ। ਨਾ ਕੋਈ ਗੁਰੂ ਮਿਲਣੇ ਕਰਕੇ ਕਈ ਧੂਣੀਆਂ ਧਾਪਦੇ ਆ, ਕਈ ਕੁਛ ਕਰਦੇ ਆ, ਕਈ ਕੁਛ ਕਰਦੇ ਆ, ਕਈ ਅੰਗ ਸਜਾਉਣ में ਲੱਗੇ, ਕਈ ਸਮਝ ਲਓ ਵੀ ਮਾਲਾਂ ਪਾਉਣ में ਲੱਗੇ। ਮਤਲਬ ਕਿਉਂ ਲੱਗੇ ਕਿ ਕੀ ਕਰਨ ਚਿੱਤ ਕਰਦਾ, ਬੰਧਨ ਸਤਾ ਰਿਹਾ ਇਹਨਾਂ ਨੂੰ, ਬੰਧਨ ਤੋਂ ਡਰਦੇ ਆ। ਤੇ ਜਿਹੜਾ ਬੰਧਨ ਹੈ ਉਹ ਇਹਨੂੰ ਛੱਡਣਾ ਵੀ ਨਹੀਂ ਚਾਹੁੰਦੇ। ਸੁੱਖੋ ਛੱਡਣ ਦੀ ਜੁਗਤੀ ਬਾਣੀ ਦੀਆਂ ਗੱਲਾਂ ਸੁਣਾਤੀਆਂ, ਸਹਸੰਦਿਆਂ ਖਿਲੰਦਿਆਂ ਵਿੱਚੇ ਹੋਏ ਮੁਕਤੋ ਜੁਗਤੀ ਜਾਣਦੇ ਆ। ਜਿਹੜੀ ਜੁਗਤੀ ਦੁਆਰਾ ਸੰਦਿਆਂ ਖਿਲੰਦਿਆਂ ਵਿੱਚੇ ਮੁਕਤ ਹੋਈਦਾ। ਉਹ ਗੱਲ ਚੇਤੇ ਕਰਨ ਨਾਲ, ਗੱਲਾਂ ਸੁਣਾਉਣ ਨਾਲ ਕੁਛ ਨਹੀਂ ਹੁੰਦਾ। ਇਤਿਹਾਸ ਦੀਆਂ ਗੱਲਾਂ ਸੁਣ ਕੇ ਮੈਂ ਇੱਕ ਗੁਰਦੁਆਰੇ 'ਚ ਕਥਾ ਕਰਨ ਚੱਲ ਗਿਆ। ਉਹ ਗੁਰਦੁਆਰੇ ਦਾ ਨਾਂ ਐਪਸਫੋਰਡ 'ਚ ਮੈਂ ਕਥਾ ਕਰਾਂ ਤੇ ਇੱਕ ਮੈਨੂੰ ਉੱਠ ਕੇ ਬੋਲਿਆ, ਆਖੇ ਜੀ ਇੱਕ ਬੇਨਤੀ ਕਰਨੀ ਹੈ। ਮੈਂ ਆਖਿਆ ਵੀ ਬੇਨਤੀ ਕਾਹਦੀ ਬਾਈ? ਆਖੇ ਤੁਸੀਂ ਜਦੋਂ ਇਤਿਹਾਸ ਦੀ ਕਥਾ ਸੁਣਾਉਨੇ ਆ ਤੇ ਜੋਸ਼ ਨਾਲ ਕਰਿਆ ਕਰੋ। ਉਹ ਮੈਂ ਆਖਿਆ ਯਾਰ ਤੂੰ ਜੋਸ਼ ਨਾਲ ਸੁਣਿਆ ਕਰ, ਮੈਨੂੰ ਜੋਸ਼ ਆਉਂਦਾ ਨਹੀਂ, ਮੈਂ ਤਾਂ ਮਜਬੂਰੀ ਵਸ ਕਰਦਾ। ਅਸੀਂ ਤੱਤਵ ਗਿਆਨ ਛਿਪ ਕੇ ਗਈਆਂ ਗੁਜ਼ਰੀਆਂ ਗੱਲਾਂ ਬੀਤੀਆਂ ਦਾ ਗੱਲ ਕਰਦੇ, ਤੁਸੀਂ ਤਾਂ ਬੀਤੇ ਸਮੇਂ ਦੀਆਂ ਗੱਲਾਂ ਕਰਦੇ। ਅਸੀਂ ਨਾ ਤਾਂ ਬੀਤੇ ਸਮੇਂ ਦੀ ਗੱਲ ਕਰਦੇ, ਨਾ ਆਉਣ ਵਾਲੇ ਸਮੇਂ ਦੀ ਕਰਦੇ ਆ, ਤੇ ਅਸੀਂ ਵਰਤਮਾਨ ਸਮੇਂ ਦੀ ਗੱਲ ਕਰਦੇ। ਇਹਦੇ ਵਿੱਚੋਂ ਵੀ ਤੁਸੀਂ ਪਛਾਣ ਲਿਆ ਕਿ ਵਰਤਮਾਨ ਕਿਸੇ ਨੂੰ ਕਹਿੰਦੇ। ਜਿਹੜਾ ਉਹ ਪਿੱਛੇ ਸ਼ੁਰੂ ਕੀਤਾ ਸੀ ਵੀ ਉਹ ਕਹਿੰਦੇ ਸ੍ਰਿਸ਼ਟੀ 7 ਦਿਨ ਖੁਦਾ ਬਣਾਉਂਦਾ ਰਿਹਾ। ਖੁਦਾ ਬੈਠਾ ਕਿੱਥੇ ਸੀ? ਜਦੋਂ ਬਣਾਇਆ ਵੀ ਕਦੋਂ ਬਣਾਈ? ਤਾਂ ਇਹ ਕਾਲ ਤਾਂ ਆ ਗਿਆ। ਕਾਲ ਤਾਂ ਖੁਦਾ ਦੇ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਤੇ ਜੇ ਕਾਲ ਪਹਿਲਾਂ ਸੀ ਤਾਂ ਦੇਸ਼ ਵੀ ਪਹਿਲਾਂ ਸੀ ਤੇ ਧਰਮ ਵੀ ਪਹਿਲਾਂ ਸੀ। ਤੇ ਖੁਦਾ ਨੇ ਕੀ ਬਣਾਇਆ? ਤਾਂ ਅੰਤ ਨੂੰ ਆਏਗਾ। ਜਿਹਨੂੰ ਦੇਸ਼ ਬੋਲਦੇ, ਕਿੱਥੇ ਬਹਿ ਕੇ ਖੁਦਾ ਨੇ ਸ੍ਰਿਸ਼ਟੀ ਰਚੀ ਕਿ ਕਿਤੇ ਪਾਸੇ? ਉਹ ਜਿੱਥੇ ਬਹਿ ਕੇ ਰਚਿਆ ਉਹ ਦੇਸ਼ ਸੀ। ਜਦੋਂ ਰਚੀ ਉਹ ਕਾਲ ਸੀ। ਜਿਸ ਕਾਸੇ ਤੋਂ ਰਚੀ ਉਹ ਧਰਮ ਵਸਤੂ ਸੀ। ਤਾਂ ਇਹ ਤਾਂ ਖੁਦਾ ਤੋਂ ਪਹਿਲਾਂ ਰਚਣ ਤੋਂ। ਤੇ ਖੁਦਾ ਨੇ ਕੀ ਬਣਾਇਆ? ਤਾਂ ਅੱਗੇ ਆਏਗਾ ਮੁੰਡੇ ਕੁੜੀਆਂ ਖੁਦਾ ਨੇ ਬਣਾਇਆ ਕਿ ਤੁਸੀਂ ਬਣਾਇਆ? ਬੱਚੇ ਪੈਦਾ ਕੀਤੇ, ਬੱਚਿਆਂ ਨੂੰ ਪਾਲਿਆ ਪੋਸਿਆ। ਇਹ ਵੀ ਨਹੀਂ ਪਤਾ ਲੱਗਦਾ ਕਿ ਖੁਦਾ ਬਣਾਉਂਦਾ ਕਿ ਅਸੀਂ ਬਣਾਉਨੇ। ਇਹ ਹੋਏਗਾ ਓਏ ਪਹਿਲੇ ਕਿਸ ਚੱਕਰ में ਫਿਰਦੇ ਆ, ਘਰ ਕਰਾ ਕੇ ਦੂਜੇ ਦੇ ਹਵਾਲੇ, ਗੁਨਾਹ ਕਰਕੇ ਪੁੰਨ ਕਰਕੇ ਕਿਸੇ ਦੂਜੇ ਦੇ ਬੱਲੇ ਪਾ ਦਿੰਨੇ। ਖੁਦਾ ਕਿਉਂ ਸ੍ਰਿਸ਼ਟੀ ਬਣਾਊਗਾ? ਤਾਂ ਇੱਕ ਬੋਲਦਾ ਅਜੀ ਖੁਦਾ ਨੂੰ ਇਹ ਆਇਆ ਕਿ ਚਿੱਤ ਉਦਾਸ ਸੀ ਤੇ ਖੁਦਾ ਨੇ ਆਪਣੀ ਪਸਲੀ ਪਾੜੀ
ਤੇ ਖੁਦਾ ਨੇ ਅੰਮਾ ਹਵਾ ਕੱਢ ਲਈ ਤੇ ਦੋਹਾਂ ਨੇ ਰਲ ਕੇ ਸੰਭੋਗ ਸੇ ਸ੍ਰਿਸ਼ਟੀ ਬਣਾਈ। ਤੇ ਜਿਹੜੀ ਖੁਦਾ ਦੀ ਪਸਲੀ ਸੀ ਇਹ ਕਿਹਨੇ ਬਣਾਈ? ਜਿਸ ਪਸਲੀ ਚੋਂ ਇਹ ਅੰਮਾ ਹਵਾ ਕੱਢੀ, ਇਹ ਪਸਲੀਆਂ ਪਹਿਲਾਂ ਹੀ ਬਣੀਆਂ ਸੀਗੀਆਂ, ਖੁਦਾ ਦੀਆਂ ਪਸਲੀਆਂ ਹੈ। ਕਿਸ ਨੂੰ ਖੁਦਾ ਕਹਿੰਦੇ ਆ? ਤਾਂ ਵੇਦਾਂਤ ਇਹ ਬੋਲਦਾ, ਤੁਸੀਂ ਕਹੋ ਜੀ ਖੁਦਾ ਨੂੰ ਛੱਡੋ, ਮੈਂ ਕਿਆ ਹਾਂ। ਜਿਸ ਨੂੰ ਪਤਾ ਲੱਗਿਆ ਉਹਨੇ ਕਿਹਾ ਨਾ मैं बंदा था ना खुदा था, मैं दोनों इल्लत पे जुदा था पर मुझे मालूम ना था।